ਬੇਰੁਜ਼ਗਾਰ ਅਧਿਆਪਕ ਸਾਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਹੈ ਊਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਜਿਹੜਾ ਲੜਿਆ ਗਿਆ ਹੈ। ਇਸ ਲਈ ਬੇਰੁਜ਼ਗਾਰ ਅਧਿਆਪਕ ਸਾਥੀਓ ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਲੜਨਾ ਪਊਗਾ। ਔਰ ਬੇਰੁਜ਼ਗਾਰ ਅਧਿਆਪਕ ਸਾਥੀਓ, ਜਿਵੇਂ ਕਿ 19 ਦਸੰਬਰ ਨੂੰ ਤੁਸੀਂ ਵੱਡੀ ਗਿਣਤੀ ਦੇ ਵਿੱਚ ਨਿਕਲੇ, ਵੱਡੀ ਗਿਣਤੀ ਦੇ ਵਿੱਚ ਸੰਘਰਸ਼ ਲੜਿਆ, ਜਿਹਦੇ ਵਿੱਚ ਕਿ ਅੱਜ ਵੀ ਕੀਤਾ ਗਿਆ, ਲੇਕਿਨ ਔਰ ਹੋਰ ਵੀ ਵੱਡੀ ਗਿਣਤੀ ਦੇ ਵਿੱਚ 3 ਜਨਵਰੀ ਨੂੰ ਪਹੁੰਚਣਾ ਪਊਗਾ। ਅੱਜ 1 ਜਨਵਰੀ ਔਰ 3 ਜਨਵਰੀ ਨੂੰ ਉਮੀਦ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਸਾਥੀਓ ਤੁਸੀਂ ਪਹੁੰਚੋਗੇ। 2020 ਦੇ ਵਿੱਚ 8 ਮਾਰਚ ਨੂੰ ਤੁਸੀਂ ਇਹ ਗਿਣਤੀ ਦੇ ਵਿੱਚ ਸੰਘਰਸ਼ ਹੈ ਜਿਹੜਾ ਉਹ ਲੜਿਆ ਗਿਆ ਸੀ, ਔਰ ਉਸ ਸੰਘਰਸ਼ ਦੀ ਜਿਹੜੀ ਜਿੱਤ ਦੀ ਦਹਲੀਜ਼ ਹੈ ਉਹਨੂੰ ਆਪਾਂ ਜਿਹੜੀ ਇੱਕ ਅੰਸ਼ਕ ਜਿੱਤ ਹੈ ਜਿਹੜੀ ਆਪਾਂ ਨੂੰ ਪ੍ਰਾਪਤ ਹੋਈ, ਜਿਹੜੀ 2364 ਜਿਹੜੀਆਂ 2364 ਪੋਸਟਾਂ ਮਿਲੀਆਂ, ਉਹਦੇ ਉੱਪਰ ਵੀ ਸਰਕਾਰ ਹੈ ਜਿਹੜੇ ਆંકੜਿਆਂ ਦਾ ਪੱਤਾ ਖੋਲ੍ਹ ਕੇ ਸਰਕਾਰ ਹੈ ਜਿਹੜੀ ਆਪਣੇ ਤੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਉਂਕਿ ਆਪਾਂ ਨੂੰ ਪਤਾ ਹੈ ਕਿ ਈਟੀਟੀ ਦੀ ਪੋਸਟ 'ਤੇ ਈਟੀਟੀ ਦਾ ਹੀ ਹੱਕ ਬਣਦਾ ਹੈ, ਹੋਰ ਕਿਸੇ ਦਾ ਹੱਕ ਬਣਦਾ ਨਹੀਂ। ਕਿਉਂਕਿ ਈਟੀਟੀ ਦੀ ਪੋਸਟ 'ਤੇ ਆਉਂਦਾ ਰਿਹਾ ਹੈ, ਇਹ ਆਪਾਂ ਨੂੰ ਆਪਣੇ ਸਾਹਮਣੇ ਹੈ, ਔਰ ਪਿਛਲੇ ਵੀ ਸਮਿਆਂ ਦੌਰਾਨ ਜਿੰਨੀਆਂ ਵੀ ਆ ਰਿਹਾ ਗਿਆ। ਇਸ ਲਈ ਮੇਰੇ ਬੇਰੁਜ਼ਗਾਰ ਅਧਿਆਪਕ ਸਾਥੀਓ, ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ 3 ਜਨਵਰੀ ਨੂੰ ਪਹੁੰਚਣਾ ਹੈ। 8 ਮਾਰਚ ਨੂੰ ਜਿਵੇਂ ਤੁਸੀਂ ਵੇਖਿਆ ਪਿਛਲੇ ਸਾਲ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚੇ, ਪਰ ਉਹ ਗਿਣਤੀ ਨੂੰ ਮੇਨਟੇਨ ਨਹੀਂ ਰੱਖ ਸਕੇ। ਲੇਕਿਨ ਆਪਣਾ ਜਿਹੜਾ ਸਮਾਨ ਹੈ ਬਿਸਤਰੇ ਤੱਕ ਨਾਲ ਲੈ ਕੇ ਜਿਹੜੇ ਆਉਣੇ ਨੇ, ਜੋ ਵੀ ਸਰਦੀਆਂ ਕੋਈ ਪ੍ਰੋਬਲਮ ਨਾ ਆ ਸਕੇ, ਉਹਦੇ ਲਈ ਤੁਸੀਂ ਪੂਰੇ ਲਾਮ ਲਸ਼ਕਰ ਨਾਲ ਜਿਹੜਾ ਪਹੁੰਚਣਾ ਹੈ। ਸਰਕਾਰ ਆਪਣੇ ਉੱਤੇ ਕੰਡੀਸ਼ਨਾਂ, ਅਲੱਗ-ਅਲੱਗ ਕੰਡੀਸ਼ਨਾਂ ਜਿਹੜੀਆਂ ਉਹ ਲਗਾ ਰਹੀ ਹੈ। ਉਹਦਾ ਕਾਰਨ ਇਹ ਹੈ, ਬਣਦਾ ਕੀ ਸੀ ਉਹ ਵੀ ਦੱਸਾਂਗਾ, ਤੇ ਕਾਰਨ ਕੀ ਹੈ ਕਿ ਈਟੀਟੀ ਦੀ ਪੋਸਟ 'ਤੇ ਜਿਹੜਾ ਬੈਰੀਗੇਡ ਖੜੇ ਕੀਤੇ ਜਾ ਰਹੇ ਨੇ, ਕਿਉਂ ਕੀਤੇ ਜਾ ਰਹੇ ਨੇ। ਜਿਹੜੀ ਵੱਡੀ ਗਿਣਤੀ ਹੈ ਕਿ ਈਟੀਟੀ ਦੀ ਪੋਸਟ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਕਿਉਂਕਿ ਅਗਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਅਗਰ ਬੀਐਡ ਨੂੰ ਅਗਰ ਸੈੱਟ ਕਰ ਦਿੱਤਾ ਜਾਊਗਾ, ਜਾਂ ਸਿੱਖਿਆ ਪ੍ਰੋਵਾਈਡਰ ਨੂੰ ਜਾਂ ਕਿਸੇ ਨੂੰ ਵੀ ਲਿਆ ਕੇ ਸੈੱਟ ਕਰ ਦਿੱਤਾ ਜਾਊਗਾ, ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਪ੍ਰਮੋਸ਼ਨਾਂ ਕਰਕੇ ਜਿਹੜਾ ਦੀ ਜਿਹੜੀ ਕੋਸ਼ਿਸ਼ ਹੈ ਉਹ ਸਰਕਾਰ ਵੱਲੋਂ ਕੀਤੀ ਜਾਊਗੀ, ਜਿਹੜੀ ਦੇਖਣ ਨੂੰ ਵੀ ਆ ਰਹੀ ਹੈ। ਔਰ ਇਹਨੂੰ ਤਰਕ ਕਰਕੇ ਸੋਚਣ ਦੀ ਲੋੜ ਹੈ। ਅਗਰ ਜਦੋਂ ਆਪਾਂ ਵਾਕਿਆ ਹੀ ਇਹ ਗੱਲ ਬਿਲਕੁਲ ਸਹੀ ਹੈ ਕਿ ਈਟੀਟੀ ਜਿਹੜੇ ਸਕੂਲ ਨੇ ਉਹਨਾਂ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਸਰਕਾਰ ਵੱਲੋਂ ਇੱਕ ਪੱਤਾ ਖੇਡਿਆ ਗਿਆ। ਇਹ ਸਰਕਾਰ ਦੋਸ਼ ਦੇ ਰਹੀ ਹੈ ਮੋਦੀ ਸਰਕਾਰ ਨੂੰ, ਲੇਕਿਨ ਇਹਨਾਂ ਦਾ ਸੈਂਟਰ ਸਰਕਾਰ ਤੋਂ ਘੱਟ ਕੀ ਹੈ ਜੋ ਪੱਤੇ ਖੇਡੇ ਜਾ ਰਹੇ। ਲੇਕਿਨ ਸਰਕਾਰ ਨੂੰ ਚਾਹੀਦਾ ਕੀ ਹੈ? ਸਰਕਾਰ ਨੂੰ ਚਾਹੀਦਾ ਇਹ ਸੀ, ਸਭ ਤੋਂ ਪਹਿਲਾਂ ਜਿਹੜੀਆਂ ਕੱਢੀਆਂ ਪ੍ਰਿੰਸੀਪਲ ਦੀ ਪੋਸਟ ਹੈ ਜਿਹੜੀ ਉਹਨੂੰ ਪੂਰਾ ਕੀਤਾ ਜਾਂਦਾ। CHT ਦੀ ਪੋਸਟ ਕੱਢੀ ਸੀ ਉਹਨੂੰ ਵੀ ਪੂਰਾ ਕੀਤਾ ਜਾਂਦਾ। ਔਰ ਮਾਸਟਰ ਕੇਡਰ ਦੀ ਜਿਹੜੀ ਭਰਤੀ ਹੈ, ਪੇਪਰ ਲੈ ਕੇ ਮਾਸਟਰ ਕੇਡਰ ਦੀ ਭਰਤੀ ਈਟੀਟੀ ਤੋਂ ਪਹਿਲਾਂ ਕੀਤੀ ਜਾਂਦੀ, ਔਰ ਬਾਅਦ 'ਚ ਜਿਹੜੀ ਈਟੀਟੀ ਦੀ ਭਰਤੀ ਕੀਤੀ ਜਾਂਦੀ। ਹੁਣ ਦੇਖਣ ਵਿੱਚ ਇਹ ਆ ਰਿਹਾ ਹੈ ਕਿ ਈਟੀਟੀ ਦੀ ਪੋਸਟ ਦੇ ਉੱਪਰ ਬੱਚਾ ਜਿਹੜਾ ਅਧਿਆਪਕ ਹੈ ਜਿਹੜਾ ਉਹ ਬੀਐਡ ਦਾ ਲੱਗ ਰਿਹਾ ਹੈ। 400 ਜਿਹੜਾ ਅਧਿਆਪਕ ਹੈ ਉਹ ਸਿੱਖਿਆ ਪ੍ਰੋਵਾਈਡਰ ਵਗੈਰਾ ਲੱਗ ਰਹੇ, EGS ਵਗੈਰਾ ESTR ਵਗੈਰਾ ਲੱਗ ਰਹੇ ਨੇ। ਔਰ ਜਿਹੜਾ 400 ਤੋਂ 500 ਪੋਸਟ ਹੈ ਜਿਹੜੀ ਉਹ ਈਟੀਟੀ ਦੇ ਖਾਤੇ 'ਚ ਆ ਰਹੀ ਹੈ, ਔਰ 100 ਹੁੰਦੇ। ਇਸ ਲਈ ਸਰਕਾਰ ਜਿਹੜੀ ਹੈ ਉਹ ਈਟੀਟੀ ਦੇ ਭਵਿੱਖ ਨੂੰ ਬਿਲਕੁਲ ਖਤਰੇ 'ਚ ਪਾ ਰਹੀ ਹੈ। ਇਸ ਲਈ ਬੇਰੁਜ਼ਗਾਰ ਅਧਿਆਪਕ ਸਾਥੀਓ, ਵੱਡੇ ਹੋ ਕੇ ਵੱਡੇ ਲਾਮ ਲਸ਼ਕਰ ਸੰਘਰਸ਼, ਇਹਦੇ ਲਈ ਤਕੜੇ ਹੋ ਕੇ ਨਿਕਲੋ 3 ਜਨਵਰੀ ਨੂੰ, ਤਾਂ ਜੋ ਆਪਣਾ ਬਣਦਾ ਹੱਕ ਹੈ ਉਹ ਆਪਾਂ ਲੈ ਸਕੀਏ। ਲੇਕਿਨ ਸਰਕਾਰ ਨੂੰ ਇਹਦੇ ਲਈ ਕਰਨਾ ਕੀ ਚਾਹੀਦਾ ਸੀ ਉਹ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਜਿਹੜੀ ਪ੍ਰਿੰਸੀਪਲ ਦੀ ਇਹਨਾਂ ਨੇ ਭਰਤੀ ਕੱਢੀ ਉਹਨੂੰ ਮੁਕੰਮਲ ਕਰਨਾ ਚਾਹੀਦਾ ਸੀ। ਫਿਰ CHT ਦੀ ਭਰਤੀ ਉਹਨੂੰ ਈਟੀਟੀ ਤੋਂ ਪਹਿਲਾਂ ਮੁਕੰਮਲ ਕਰਨਾ ਚਾਹੀਦਾ ਸੀ, ਤਾਂ ਜੋ ਈਟੀਟੀ ਦੀ ਪੋਸਟ ਹੈ ਜਿਹੜੀ ਉਹਨੂੰ ਬਚਾਇਆ ਜਾ ਸਕੇ। ਇਹ ਕਰ ਰਹੀ ਹੈ ਸਭ ਤੋਂ ਪਹਿਲਾਂ ਈਟੀਟੀ ਦੀ ਭਰਤੀ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕਰ ਰਹੀ। ਉਹਦੇ ਨਾਲ ਨੁਕਸਾਨ ਕੀ ਹੋਵੇਗਾ? ਉਹਦੇ ਨਾਲ ਨੁਕਸਾਨ ਇਹ ਹੋਵੇਗਾ ਕਿ ਜਿਹੜਾ ਈਟੀਟੀ ਦੀ ਪੋਸਟ 'ਤੇ ਮਾਸਟਰ ਕੇਡਰ ਸਿੱਖਿਆ ਪ੍ਰੋਵਾਈਡਰ ESTR ਕੋਈ ਵੀ ਸਿਲੈਕਟ ਹੁੰਦਾ ਹੈ, ਉਹ ਵੇਖੋ
ਸਿਲੈਕਟ ਹੁੰਦਾ, ST ਦੀ ਪੋਸਟ ਤੇ ਸਿਲੈਕਟ ਹੁੰਦਾ ਹੈ, ਉਸ ਤੋਂ ਬਾਅਦ ਉਹ ਪ੍ਰਿੰਸੀਪਲ ਦੀ ਪੋਸਟ ਤੇ ਸਿਲੈਕਟ ਹੁੰਦਾ ਹੈ। ਮਤਲਬ 3 ਪੋਸਟਾਂ ਉਹ ਆਪਣੇ ਪਿੱਛੇ 4 ਪੋਸਟਾਂ ਖਰਾਬ ਕਰ ਗਿਆ। ਹੁਣ ਜਿਹੜੀ ਸਰਕਾਰ ਨੇ ਇੱਕ ਹੋਰ ਪੱਤਾ ਖੇਡਿਆ, ਯੂਨੀਅਨ ਵੱਲੋਂ ਡਿਮਾਂਡ ਸੀ ਕਿ 12,000 ਦੀ ਜਿਹੜੀ ਭਰਤੀ ਹੈ ਉਹ ਕੱਢੀ ਜਾਵੇ। ਯੂਨੀਅਨ ਵੱਲੋਂ ਡਿਮਾਂਡ ਸੀ, ਉਹਦੇ ਲਈ ਲੰਮੇ ਸਮੇਂ ਤੋਂ ਯੂਨੀਅਨ ਜਿਹੜੀ ਆ ਉਹ ਲੜਦੀ ਆ ਰਹੀ ਹੈ। ਲੇਕਿਨ ਸਰਕਾਰ ਨੇ ਜਿਹੜੀ ਬਾਰਡਰ ਏਰੀਆ ਦੀ ਭਰਤੀ ਹੈ ਉਹ ਦੇਤੀ, ਬਾਰਡਰ ਏਰੀਆ ਦੀ ਭਰਤੀ ਤਾਂ ਦੇਤੀ। ਹੁਣ ਸੰਗਰੂਰ ਤੋਂ ਸਾਥੀ ਹੈ ਉੱਪਰਲੀ ਚੜ੍ਹਦੀ ਬੈਲਟ ਵਾਲੇ ਮੈਂ ਤਾਂ ਕਹਿ ਰਿਹਾ ਕੋਈ ਚੜ੍ਹਦੇ ਪਾਸੇ ਬੈਠੇ ਆ, ਜਿਹੜੇ ਚੜ੍ਹਦੀ ਬੈਲਟ ਵਾਲੇ ਸਾਥੀ ਹੈ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਉਹ ਅਗਰ ਸਾਥੀ ਸਿਲੈਕਟ ਹੋਏ ਬਾਰਡਰ ਕੇਡਰ ਦੀ ਭਰਤੀ ਛੱਡ ਕੇ ਜਿਹੜਾ ਉਹ ਜਿਹੜੀ ਜਨਰਲ ਭਰਤੀ ਦੇ ਵਿੱਚ ਜਾਣ, ਜਿਹਦੇ ਨਾਲ ਕੀ ਹੋਵੇਗਾ ਸਾਥੀਓ, ਸਮੇਂ ਦੀ ਵੰਗਾਰ ਹੈ ਕਿ ਤਕੜੇ ਹੋ ਕੇ, ਮੈਨੂੰ ਪਤਾ ਹੈ ਮੇਰੇ ਇਸ ਲਾਈਵ ਨੂੰ CID ਵਾਲੇ ਨੋਟ ਕਰ ਰਹੇ ਆ, ਉਹਨਾਂ ਤੱਕ ਪਹੁੰਚਾਉਣੀ ਵੀ ਆ ਕਿਉਂਕਿ ਉਹਨਾਂ ਦਾ ਹੱਕ ਬਣਦਾ। ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ, ਮਾਨਯੋਗ ਸਿੱਖਿਆ ਸਕੱਤਰ ਸਾਹਿਬ ਨੂੰ, ਉਹਨਾਂ ਦੇ ਕੰਨਾਂ ਦੇ ਵਿੱਚ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਸੰਦੀਪ ਸੰਧੂ ਸਾਹਿਬ ਨਾਲ, ਸਿੱਖਿਆ ਮੰਤਰੀ ਸਾਹਿਬ ਨਾਲ, ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਗਈ। ਲੇਕਿਨ ਇਹ ਗੱਲ ਦੁਬਾਰਾ ਦੁਹਰਾ ਕੇ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਰਹੇ ਹਾਂ ਕਿ ਜਿਹੜੀ ਇਹ ਬਾਰਡਰ ਕੇਡਰ ਦੀ ਭਰਤੀ ਕੀਤੀ ਜਾ ਰਹੀ ਹੈ, ਇਹਦਾ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਉਹ ETT ਨੂੰ ਹੋਏਗਾ ਕਿਉਂਕਿ ਆંકੜਿਆਂ ਦੀ ਹੇਰ ਫੇਰ ਹੈ, ਹੋਰ ਕੁਛ ਨਹੀਂ। ਆंकड़ियां ਦੀ हेर फेर है, होर कुछ नहीं। पोस्टां सारियां ही खाली रह जाने, बार्डर केडर वाले भी खाली रह जाने क्योंकि इधरों छड्ड के जनरल भर्ती विच कल नूं आउणगे, और BEd वाले अज अगर सिलैक्ट होंदे ने ETT की पोस्ट ते इधरों छड्ड के मास्टर केडर च जाणगे, ST प्रिंसीपल की पोस्ट ते जाणगे, ETT की पोस्ट है जिहड़ी फिर खाली रह जाएगी जिवें कि 35-82 च होया पिछले दिनी। सो असी सरकार तो उम्मीद करते हैं कि साडियां ना मंगां जायज़ मंगां, साडे हक्की डाका जिहड़ा ना मारन साडे हक्कां ते, साडियां इन्हां गल्लां वल इन्हां बेनतियां वल ध्यान दिंदे होए मानयोग सिक्ख्या मंत्री साहब जिहड़ी साडी पोस्ट है वो ETT की पोस्ट है, ETT टैट पास बेरोजगार अध्यापक यूनियन की पोस्ट है वो ETT नूं देणगे, ETT की पोस्ट ते ETT नूं विचारनगे, और जिहड़े 10 नंबर दे रहे हैं वो 10 नंबर भी कट्टे जाण। जिहड़ी मंग है बेरोजगारां वल्लों उन्हां नूं जिधर मर्जी मतलब सैट किया जाए, सानू उहदे तो कोई गुरेज नहीं, सानू उहदे तो कोई तलखी नहीं क्योंकि वो साडे भैन भाई ने, उन्होंने जिथे मर्जी सैट किया जाए पर ETT की पोस्ट खराब ना की जाए, ETT की पोस्ट लिया के उन्होंने ना सिटिया जाए। जेड़ा केड़ा कन्न तो फड़ के उन्होंने ETT की पोस्ट लिया जा रहा है, जेड़ा केड़ा फड़ के ETT की पोस्ट लिया जा रहा है 2364 पोस्टां दे विच उन्होंने कंसीडर किया जा रहा है, बिल्कुल धक्का किया जा रहा है, बिल्कुल गलत किया जा रहा है। और जेड़ा इकोनॉमिकली अज तक जिन्नियां भी भर्तियां हुई ने सरकार ने अज तक एक बार भी पोर्टल खाली नहीं किया, पोर्टल जिहड़ा ओपन नहीं किया कि कैटागरियां गलत भरियां गईयां, ये पोर्टल ओपन कर दो दोबारा फिर जिहड़ा कैटागरियां सैट कर लैन, लेकिन ये बिल्कुल गलत है, इवें चाहिए नहीं सी। इकोनॉमिकली वीकनेस वाला जिहड़ा इन्हां ने पोर्टल खोल के जिहड़ा मौका दिता है भर्ती दे विच बहुत कुछ हो रहा है, बहुत कुछ गलत हो रहा है, बहुत जिन्हों कपला भी कह दी तो कोई माड़ी गल नहीं, इन्ना कपला किया जा रहा है। जिहड़ा पहला जिन्हें मान लो पहला कैटागरी भरी है उन्हें बड़ी सोच के विचार के फिर ही कैटागरी भरी है ना, सोच के विचार के फिर कैटागरी भरी है, क्योंकि अगर इन्ने फार्म भरीचे आ फार्म भरन वेले उहदे कोल इन्ना समा सी वो कैटागरी उन्हें अपनी सोच के भरी है, लेकिन किया की जा रहा है एक शीशे की तरह साफ भर्ती की जाए, ना कि बिल्कुल धक्का किया जाए जिस तरह उन्होंने कंसीडर किया जा रहा है। इकोनॉमिकली वीकनेस दे विच पोर्टल खोल के वो भी बिल्कुल धक्का किया जा रहा है, जिन्नी भी धक्का हो सकता है वो सरकार वालों किया जा रहा है। पर ETT टैट पास यूनियन की जी डिमांड सी वो यही डिमांड सी कि 12,000 की जी भर्ती की ओपन भर्ती की जाए, लेकिन बॉर्डर केडर की भर्ती लैके आए, अगर बॉर्डर केडर की भर्ती लैके तो उहदे विच भी बिल्कुल ETT टैट पास नाल धक्का किया गया, धक्का किया जा रहा है। और असी लंबे समय तो देख रहे हैं लड़ते आ रहे हैं, लड़ के जिहड़ियां पोस्टां कढाईयां ने 2016 तो जिहड़ी बेरोजगार ETT टैट पास अध्यापक यूनियन वालों संघर्ष किया जा रहा है अपनी पोस्टां दे लई। अज जदों उस जिहड़ा रुख है रुख लाया, रुख नूं बूर पिया, जदों बूर पैण दी वारी ते रुख लाउण दी कोशिश की जा रही है सरकारां वालों, ये बिल्कुल गलत है।
ਔਰ ਸਾਡੀ ਸਰਕਾਰ ਨੂੰ ਜਿਹੜੀ ਦਰਖਾਸਤ ਹੈ ਕਿ ਬੇਰੁਜ਼ਗਾਰਾਂ ਦੇ ਨਾਲ ਐਡਾ ਵੱਡਾ ਧੱਕਾ ਜਿਹੜਾ ਨਾ ਕੀਤਾ ਜਾਵੇ ਔਰ ਈਟੀਟੀ ਦੀ ਪੋਸਟ 'ਤੇ ਈਟੀਟੀ ਨੂੰ ਵਿਚਾਰਿਆ ਜਾਵੇ ਔਰ ਜਿਹੜੇ 10 ਨੰਬਰ ਦਿੱਤੇ ਜਾ ਰਹੇ ਆ ਉਹ ਨਾ ਦਿੱਤੇ ਜਾਣ। ਸਿੱਖਿਆ ਪ੍ਰੋਵਾਈਡਰ ESTR ਨੂੰ ਉਹਨਾਂ ਨੂੰ ਜਿੱਥੇ ਮਰਜ਼ੀ ਸੈੱਟ ਕੀਤਾ ਜਾਵੇ, ਲੇਕਿਨ ਐਡਾ ਵੱਡਾ ਧੱਕਾ ਜਿਹੜਾ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨਾਲ ਨਾ ਕੀਤਾ ਜਾਵੇ। ਔਰ ਦੁਬਾਰਾ ਪੋਰਟਲ ਖੋਲ੍ਹ ਕੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਤੋਂ ਫਾਰਮ ਫਿਲ ਹੋਣ ਤੋਂ ਪਹਿਲਾਂ ਜਿੰਦੇ ਜਿਵੇਂ ਸਰਟੀਫਿਕੇਟ ਸੀ ਉਹ ਚੈੱਕ ਕੀਤੇ ਜਾਣ ਕਿ ਉਹ ਸਰਟੀਫਿਕੇਟ ਉਸ ਡੇਟ ਤੋਂ ਪਹਿਲਾਂ ਦੇ ਬਣੇ ਹੋਏ ਨੇ, ਜੇ ਬਾਅਦ ਦੇ ਬਣੇ ਹੋਏ ਨੇ ਤੇ ਉਹਨਾਂ ਤੇ ਲਕੀਰ ਮਾਰੀ ਜਾਏ, ਕਾਂਟਾ ਮਾਰਿਆ ਜਾਏ, ਉਹਨਾਂ ਨੂੰ ਜਿਹੜਾ ਕੰਸੀਡਰ ਨਾ ਕੀਤਾ ਜਾਵੇ। ਔਰ ਜਿਨ੍ਹਾਂ ਦੇ ਪਹਿਲਾਂ ਦੇ ਨੇ ਉਸ ਤੋਂ ਉਹਨਾਂ ਨੂੰ ਬੇਸ਼ੱਕ ਕੰਸੀਡਰ ਕੀਤਾ ਜਾਵੇ। ਇਹਦੇ ਨਾਲ ਸਾਨੂੰ ਕੋਈ ਦੁੱਖ ਨਹੀਂ। ਜਿਹੜਾ ਇਕਨੋਮਿਕਲੀ ਵਿਕਾਸ ਦਾ ਜਿਹੜਾ ਇਹਨਾਂ ਨੇ ਪੋਰਟਲ ਖੋਲ੍ਹਿਆ ਉਹਦੇ ਵਿੱਚ ਇਹ ਵੇਖਿਆ ਜਾਵੇ ਕਿ ਇਹਨਾਂ ਦੀ ਜਦੋਂ ਨੋਟਿਸ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਦੇ ਸਰਟੀਫਿਕੇਟ ਬਣੇ ਹੋਏ ਆ ਕਿ ਪਿਛਲੀਆਂ ਡੇਟਾਂ ਦੇ ਬਣੇ ਹੋਏ ਆ, ਕਿਉਂਕਿ ਬਹੁਤ ਸਾਰਾ ਵੇਖਣ ਨੂੰ ਆਇਆ ਬਹੁਤ ਸਾਰੇ ਸਰਟੀਫਿਕੇਟ ਜਿਹੜੇ ਹੁਣ ਬਣੇ ਨੇ ਫਰਜ਼ੀ ਬਣੇ ਨੇ, ਸਿਫਾਰਸ਼ੀ ਬਣੇ ਨੇ। ਆਪਣੇ ਬੰਦੇ ਨੂੰ ਸੈੱਟ ਕਰਨ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਸਰਟੀਫਿਕੇਟ ਬਣਵਾ ਕੇ ਫਰਜ਼ੀ ਸਰਟੀਫਿਕੇਟ ਬਣਵਾ ਕੇ ਉਹਨਾਂ ਨੂੰ ਕੰਸੀਡਰ ਕੀਤਾ ਜਾ ਰਿਹਾ ਇਕਨੋਮਿਕਲੀ ਵਿਕਾਸ ਦੇ ਵਿੱਚ, ਉਹ ਬਿਲਕੁਲ ਗਲਤ ਹੈ। ਔਰ ਜਿਹੜੀ ਭਰਤੀ ਹੈ ਉਹ ਬਿਲਕੁਲ ਸ਼ੀਸ਼ੇ ਵਾਂਗੂ ਕੀਤੀ ਜਾਵੇ। ਔਰ ਇਹਦੇ ਲਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਜਿਹੜੀ ਹੈ ਉਹ 3 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਆ ਰਹੀ ਹੈ। ਇੱਕ ਵੱਡਾ ਲਾਮ ਲਸ਼ਕਰ ਲੈ ਕੇ ਨਵੀਂ ਭਰਤੀ ਦੇ ਲਈ ਵੀ ਲੜਾਂਗੇ ਕਿ ਨਵੀਂ ਭਰਤੀ ਦਿੱਤੀ ਜਾਵੇ। ਔਰ ਜਿਹੜਾ 2364 ਪੋਸਟਾਂ ਨੇ ਇਹਦੇ ਵਿੱਚ ਜੋ ਬਣਦਾ ਹੱਕ ਹੈ ਉਹ ਦਿੱਤਾ ਜਾਵੇ। ਈਟੀਟੀ ਦੀ ਪੋਸਟ ਈਟੀਟੀ ਨੂੰ ਦਿੱਤੀ ਜਾਵੇ, ਐਕਸਪੀਰੀਅੰਸ ਦੇ ਨੰਬਰ ਕਿਸੇ ਨੂੰ ਨਾ ਦਿੱਤੇ ਜਾਣ। ਔਰ ਈਟੀਟੀ ਦੀ ਪੋਸਟ 'ਤੇ ਸਿਰਫ ਈਟੀਟੀ ਨੂੰ ਵਿਚਾਰਿਆ ਜਾਵੇ। ਜਿਹੜੇ ਸਾਡੇ ਓਵਰਏਜ ਹੋ ਰਹੇ ਸਾਥੀ ਨੇ 37 ਤੋਂ 42 ਸਾਲ ਉਹਨਾਂ ਨੂੰ ਵਨ ਟਾਈਮ ਮੌਕਾ ਦਿੱਤਾ ਜਾਵੇ। ਔਰ ਇਹਨਾਂ ਮੰਗਾਂ ਨੂੰ ਲੈ ਕੇ ਜਿਹੜੇ ਲੰਮੇ ਸਮੇਂ ਤੋਂ ਲੜ ਰਹੇ ਹੈ ਔਰ ਜਿਹੜੀ ਇਹਨਾਂ ਨੇ ਇਕਨੋਮਿਕਲੀ ਵਿਕਾਸ ਦਾ ਪੋਰਟਲ ਖੋਲ੍ਹਿਆ ਉਹ ਪੋਰਟਲ ਦੇ ਵਿੱਚ ਵਿਚਾਰਿਆ ਜਾਵੇ। ਉਹਨਾਂ ਨੂੰ ਵਿਚਾਰਿਆ ਜਾਵੇ ਜਿਨ੍ਹਾਂ ਦਾ ਜਦੋਂ ਭਰਤੀ ਆਈ ਭਰਤੀ ਤੋਂ ਪਹਿਲਾਂ ਦੇ ਸਰਟੀਫਿਕੇਟ ਬਣੇ ਹੋਏ ਨੇ, ਨਾ ਕਿ ਹੁਣ ਜਦੋਂ ਦਾ ਪੋਰਟਲ ਖੁੱਲ੍ਹਿਆ ਉਦੋਂ ਦੇ ਸਰਟੀਫਿਕੇਟ ਬਣੇ ਹੋਏ ਨੇ ਉਹਨਾਂ ਨੂੰ ਨਾ ਵਿਚਾਰਿਆ ਜਾਵੇ। ਇੱਕ ਇਹਦੀ ਤਫਤੀਸ਼ ਕੀਤੀ ਜਾਵੇ, ਤਫਤੀਸ਼ ਕਰਕੇ ਫਿਰ ਭਰਤੀ ਕੀਤੀ ਜਾਵੇ। ਇਹ ਇੱਕ ਸਰਾਸਰ ਧੱਕਾ ਹੈ ਬੇਰੁਜ਼ਗਾਰਾਂ ਦੇ ਨਾਲ। ਔਰ ਆਪਣੀਆਂ ਮੰਗਾਂ ਨੂੰ ਲੈਣ ਦੇ ਲਈ ਜਿਹੜੇ ਬੇਰੁਜ਼ਗਾਰ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ, ਪਟਿਆਲੇ ਦੇ ਵਿੱਚ 3 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ। ਆਪਣਾ ਸਮਾਨ ਜਿਹੜਾ ਬੈਗ ਬੁੱਗ ਭਰ ਕੇ ਬਿਲਕੁਲ ਜਿਵੇਂ ਤੁਸੀਂ ਬੈਗ ਲੈ ਕੇ ਗਏ ਸੀ ਉਵੇਂ ਹੀ ਭਰ ਕੇ ਬੈਗ ਲੈ ਕੇ ਆਓ। ਜਿਵੇਂ 8 ਦਸੰਬਰ ਨੂੰ ਤੁਸੀਂ ਬੈਗ ਲੈ ਕੇ ਆਏ ਸੀ 19 ਦਸੰਬਰ ਨੂੰ ਜਿਵੇਂ ਬੈਗ ਲੈ ਕੇ ਆਏ ਸੀ ਉਵੇਂ ਹੀ ਬੈਗ ਜਿਹੜੇ ਆਪਣੇ ਭਰ ਕੇ ਲੈ ਕੇ ਆਓ। 19 ਦਸੰਬਰ ਨੂੰ ਉਵੇਂ ਹੀ ਬੈਗ ਭਰ ਕੇ ਲਿਆਓ ਜਿਵੇਂ ਲੈ ਕੇ ਗਏ ਸੀ। ਔਰ ਰਜਾਈਆਂ ਬਿਸਤਰੇ ਸਭ ਆਪਣੇ ਲੈ ਕੇ ਆਓ, ਨਾਲ ਵੱਡੀ ਗਿਣਤੀ ਦੇ ਵਿੱਚ ਆਓ ਔਰ ਲਾਮ ਲਸ਼ਕਰ ਲੈ ਕੇ ਆਓ, ਤਾਂ ਜੋ ਆਪਾਂ ਜਿਹੜਾ ਸੰਘਰਸ਼ ਲੜ ਰਹੇ ਹਾਂ ਇਹ ਸੰਘਰਸ਼ ਲੜ ਕੇ ਜਿਹੜਾ ਆਪਾਂ ਜਿੱਤ ਸਕੀਏ। ਜਿਸ ਤਰ੍ਹਾਂ 3 ਕਾਨੂੰਨ ਲੈ ਕੇ ਆਈ ਹੈ ਸੈਂਟਰ ਸਰਕਾਰ, ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ, ਸਾਡੇ ਕਿਸਾਨ ਭਾਈਆਂ ਦੇ ਨਾਲ, ਸਾਡੇ ਬਜ਼ੁਰਗਾਂ ਦੇ ਨਾਲ। ਇਹ ਕੋਈ ਪੰਜਾਬ ਸਰਕਾਰ ਉਹਦੇ ਤੋਂ ਘੱਟ ਨਹੀਂ। ਪੰਜਾਬ ਸਰਕਾਰ ਵੀ ਉਸੇ ਤਰ੍ਹਾਂ ਹੀ ਈਟੀਟੀ ਟੈਟ ਪਾਸ ਬੇਰੁਜ਼ਗਾਰਾਂ ਦੇ ਨਾਲ ਜਿਹੜਾ ਧਰੋਕ ਮਾਰ ਰਹੀ ਹੈ, ਧੱਕਾ ਕਰ ਰਹੀ ਹੈ। ਈਟੀਟੀ ਦੀ ਪੋਸਟ 'ਤੇ ਈਟੀਟੀ ਦਾ ਹੱਕ ਬਣਦਾ ਔਰ ਈਟੀਟੀ ਨੂੰ ਹੀ ਵਿਚਾਰਿਆ ਜਾਵੇ। ਅੱਜ ਜਿਹੜਾ ਕੈਪਟਨ ਸਾਹਿਬ ਵੱਲੋਂ ਜਿਹੜਾ ਘੋਸ਼ਣਾ ਕੀਤੀ ਗਈ ਹੈ ਕਿ 50,000 ਨੌਕਰੀ ਜਿਹੜੀ ਦੇਵਾਂਗੇ, ਸਾਨੂੰ ਤਾਂ ਆંકੜਿਆਂ ਦੇ ਵਿੱਚ ਹੇਰ ਫੇਰ ਹੀ ਲੱਗ ਰਿਹਾ। ਨੌਕਰੀ ਤਾਂ ਕਿਸੇ ਨੂੰ ਦਿੰਦੀ ਵਿਖ ਨਹੀਂ ਰਹੀ। ਕੈਪਟਨ ਸਾਹਿਬ ਜ਼ਮੀਨ 'ਤੇ ਆਓ, ਜ਼ਮੀਨੀ ਰੂਪ ਦਿਓ ਇਹਨੂੰ, ਪ੍ਰੈਕਟੀਕਲੀ ਰੂਪ ਦਿਓ ਇਹਨੂੰ, ਨਾ ਕਿ ਹਵਾ ਦੇ ਵਿੱਚ ਆਪਾਂ ਛਲਾਵੇ ਛੱਡੀਏ, ਉਹਦਾ ਕੋਈ ਫਾਇਦਾ ਨਹੀਂ। ਕਰ ਨੌਕਰੀ ਦਾ ਵਾਅਦਾ ਕੀਤਾ, 2500 ਪੈਨਸ਼ਨ ਦੇਣ ਦਾ ਵਾਅਦਾ ਕੀਤਾ ਕਿ ਬੇਰੁਜ਼ਗਾਰਾਂ ਨੂੰ 2500 ਰੁਪਇਆ ਜਿਹੜਾ ਭੱਤਾ ਦੇਵਾਂਗੇ ਉਹਦਾ ਵਾਅਦਾ ਕੀਤਾ, 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ, ਜਾਂ ਫਿਰ ਉਹਦੇ 'ਚ ਕਿਸਾਨਾਂ ਦਾ ਜਿਹੜਾ ਕਰਜ਼ੇ ਮਾਫੀ ਦੇ ਵਾਅਦੇ ਕੀਤੇ। ਕਿਸੇ ਵੀ ਵਾਅਦੇ 'ਤੇ ਤੁਸੀਂ ਕੈਪਟਨ ਸਾਹਿਬ ਖਰੇ ਨਹੀਂ ਉਤਰੇ। ਅਗਰ 2022 ਦੇ ਵਿੱਚ ਅਸੀਂ ਵੀ ਤੁਹਾਡਾ ਵੋਟ ਬੈਂਕ ਹਾਂ, ਅਸੀਂ ਵੀ ਤੁਹਾਡਾ ਵੋਟ ਬੈਂਕ ਆ, ਵੱਡੀ ਵੋਟ ਬੈਂਕ ਦੇ ਨਾਲ ਅਸੀਂ ਤੁਹਾਨੂੰ ਜਿਤਾਇਆ। ਸਨ 47 ਤੋਂ ਲੈ ਕੇ ਅਸੀਂ ਕਾਂਗਰਸੀ ਹਾਂ, ਸਨ 47 ਤੋਂ ਲੈ ਕੇ ਤੁਹਾਡੇ ਨਾਲ ਖੜਦੇ ਆਏ ਹਾਂ। ਹੁਣ ਤੁਹਾਡਾ ਵੀ ਹੱਕ ਬਣਦਾ ਵੀ ਸਾਡੇ ਨਾਲ ਖੜੋ। ਅਸੀਂ 2016 ਤੋਂ ਲੜ ਰਹੇ ਹਾਂ, ਸਾਡੇ ਨਾਲ ਸਾਥ ਦਿਓ। ਜਿਹੜਾ ਸਾਨੂੰ ਈਟੀਟੀ ਨੂੰ ਜਿਹੜਾ ਪੋਸਟਾਂ 'ਤੇ ਵਿਚਾਰੋ,
ਈਟੀਟੀ ਨੂੰ ਈਟੀਟੀ ਦੇ ਪੋਸਟ 'ਤੇ ਵਿਚਾਰੋ, ਸਾਡਾ ਬਣਦਾ ਹੱਕ ਹੈ ਜਿਹੜਾ ਉਹ ਸਾਨੂੰ ਦਿਓ, ਤਾਂ ਜੋ ਜਿਹੜੇ ਬੇਰੁਜ਼ਗਾਰ ਨੇ ਉਹ ਤਨੋ ਮਨੋ ਤੁਹਾਡੇ ਨਾਲ ਖੜਨ ਕੱਲ੍ਹ ਨੂੰ 2022 ਦੇ ਵਿੱਚ। ਅਗਰ ਅੱਜ ਤੁਸੀਂ ਉਹਨਾਂ ਨਾਲ ਧੱਕਾ ਕਰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਤੀਜਾ ਹੈ ਉਹ ਤੁਹਾਨੂੰ ਭੁਗਤਣਾ ਪਏਗਾ, ਵੋਟ ਬੈਂਕ ਤੁਹਾਡਾ ਟੁੱਟੇਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬੇਰੁਜ਼ਗਾਰਾਂ ਦੇ ਜਿਹੜੇ ਗੁੱਸੇ ਦਾ ਪ੍ਰਕੋਪ ਦਾ ਜਿਹੜਾ ਸਾਹਮਣਾ ਜਿਹੜਾ ਤੁਹਾਨੂੰ ਉਹ ਕਰਨਾ ਪਏਗਾ, ਭਾਵੇਂ ਉਹ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਨੇ ਜਾਂ 2022 'ਚ ਚੋਣਾਂ ਆ ਰਹੀਆਂ ਨੇ, ਉਹਦੇ ਵਿੱਚ ਤੁਹਾਨੂੰ ਜਿਹੜਾ ਉਹਦਾ ਖਮਿਆਜਾ ਭੁਗਤਣਾ ਪਏਗਾ। ਇਸ ਲਈ ਸਾਡੀ ਬੇਨਤੀ ਹੈ, ਅਸੀਂ ਸ਼ੁਰੂ ਤੋਂ ਬੇਨਤੀ ਕਰਦੇ ਆਏ ਹਾਂ, ਔਰ ਸਾਡੀ ਬੇਨਤੀ ਹੈ ਕਿ ਤੁਸੀਂ ਈਟੀਟੀ ਦੀ ਪੋਸਟ 'ਤੇ ਈਟੀਟੀ ਨੂੰ ਵਿਚਾਰਿਆ ਜਾਵੇ, ਔਰ ਜੋ ਐਕਸਪੀਰੀਅੰਸ ਨੰਬਰ ਦਿੱਤੇ ਜਾ ਰਹੇ ਉਹਨਾਂ ਨੂੰ ਕੱਟਿਆ ਜਾਵੇ, ਔਰ ਈਟੀਟੀ ਨੂੰ ਪਹਿਲ ਦੇ ਆਧਾਰ 'ਤੇ ਜਿਹੜਾ ਵਿਚਾਰਿਆ ਜਾਵੇ, ਔਰ ਜਿਹੜਾ 37 ਤੋਂ 42 ਸਾਲ ਸਾਡੇ ਓਵਰੇਜ ਹੋ ਰਹੇ ਸਾਥੀ ਨੇ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਜਾਵੇ, ਔਰ ਟੈਟ ਦੀ ਛੋਟ ਕਿਸੇ ਨੂੰ ਨਾ ਦਿੱਤੀ ਜਾਵੇ। ਜਿਹੜੀ ਟੈਟ ਦੀ ਛੋਟ ਦਿੱਤੀ ਹੋਈ ਹੈ ਉਹ ਟੈਟ ਦੀ ਛੋਟ, ਕਿਉਂਕਿ ਤੁਸੀਂ ਆਪ ਹੀ ਤਾਂ ਕਹਿੰਦੇ ਸੀ ਕਿ ਅਸੀਂ ਕਰੀਮ ਭਰਤੀ ਕਰਨੀ ਹੈ, ਸਿੱਖਿਆ ਮੰਤਰੀ ਸਾਹਿਬ ਨਾਲ ਜਾਂ ਸਿੱਖਿਆ ਸਕੱਤਰ ਸਾਹਿਬ ਨਾਲ ਮਾਣਯੋਗ ਜਿਹੜੇ ਵੀ ਸਾਡੇ ਮਾਣਯੋਗ ਜਿਹੜੇ ਸੀਨੀਅਰ ਸਾਥੀਆਂ ਨਾਲ ਜਿਹੜੀ ਮੀਟਿੰਗ ਕਰਵਾਈ ਗਈ, ਚਾਹੇ MP ਸਿੰਘ ਸਰ ਨਾਲ, ਚਾਹੇ ਸੰਦੀਪ ਸੰਧੂ ਸਰ ਨਾਲ, ਚਾਹੇ ਸਿੱਖਿਆ ਮੰਤਰੀ ਸਾਹਿਬ ਨਾਲ, ਚਾਹੇ ਜਿਹਦੇ ਨਾਲ ਵੀ ਮੀਟਿੰਗ ਕਰਵਾਈ ਗਈ, ਉਹਦੇ ਅੱਗੇ ਇਹੀ ਅਸੀਂ ਬੇਨਤੀ ਵੀ ਕਰਦੇ ਆਏ ਹਾਂ, ਬੇਨਤੀ ਕੀਤੀ ਵੀ ਹੈ ਕਿ ਜਿਹੜੀ ਈਟੀਟੀ ਦੀ ਪੋਸਟ ਹੈ ਉਹ ਈਟੀਟੀ ਨੂੰ ਦਿੱਤੀ ਜਾਵੇ, ਔਰ ਈਟੀਟੀ ਨੂੰ ਹੀ ਜਿਹੜਾ ਉਹ ਵਿਚਾਰਿਆ ਜਾਵੇ। ਇਸ ਲਈ ਈਟੀਟੀ ਨਾਲ ਧੱਕਾ ਨਾ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡਾ ਹੜ੍ਹ ਹੈ ਜਿਹੜਾ ਬੇਰੁਜ਼ਗਾਰਾਂ ਦਾ ਜਿਹੜਾ ਆਵੇਗਾ। ਇਸ ਲਈ ਬੇਨਤੀ ਹੈ ਕਿ 3 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਅਧਿਆਪਕ ਸਾਥੀਓ ਤੁਸੀਂ ਪਟਿਆਲੇ ਪਹੁੰਚਣਾ। ਬਾਕੀ ਸਟੇਟ ਕਮੇਟੀ ਦੇ ਨਾਲ ਸਾਰਿਆਂ ਨੇ ਸੰਪਰਕ 'ਚ ਰਹਿਣਾ। ਸਟੇਟ ਕਮੇਟੀ ਜਿਵੇਂ ਦਾ ਤੁਹਾਨੂੰ ਰੂਪ ਰੇਖਾ ਦੇਊਗੀ, ਜਿਵੇਂ ਦਾ ਡਿਸੀਜਨ ਦੇਊਗੀ, ਉਵੇਂ ਤੁਸੀਂ ਤਿਆਰ ਰਹਿਣਾ। ਔਰ ਜਿਹੜਾ 3 ਜਨਵਰੀ ਦੇ ਨੂੰ ਤੁਸੀਂ ਵੱਡੀ ਗਿਣਤੀ ਦੇ ਵਿੱਚ ਲਾਮ ਲਸ਼ਕਰ ਲੈ ਕੇ, ਬਿਸਤਰੇ ਲੈ ਕੇ, ਜੋ ਆਪਣਾ ਜੋ ਵੀ ਸਮਾਨ ਹੈ ਉਹ ਸਾਰਾ ਲੈ ਕੇ, ਜਿਵੇਂ ਕਿਸਾਨ ਦਿੱਲੀ ਪਹੁੰਚੇ ਨੇ ਉਵੇਂ ਤੁਸੀਂ ਪਹੁੰਚਣਾ ਹੈ। ਜਿਵੇਂ ਆਪਣੇ 'ਤੇ ਇਹਨਾਂ ਨੇ ਤਸ਼ੱਦਦ ਕੀਤਾ, ਪਿਛਲੇ ਦਿਨੀ ਲਾਠੀ ਚਾਰਜ ਕੀਤਾ, 8 ਮਾਰਚ ਨੂੰ ਨਹਿਰਾਂ ਦੇ ਵਿੱਚ ਛਾਲਾਂ ਮਾਰਨੀਆਂ ਪਈਆਂ, ਬੜਾ ਤਸ਼ੱਦਦ ਕੀਤਾ ਗਿਆ। ਲੇਕਿਨ ਬੇਰੁਜ਼ਗਾਰ ਤੁਸੀਂ ਦ੍ਰਿੜੋ, ਤੁਸੀਂ ਆਪਣੇ ਹੱਕਾਂ ਦੀ ਰਾਖੀ ਕਰ ਸਕਦੇ ਹੋ। ਤੁਸੀਂ ਲੜ ਰਹੇ ਹੋ ਲੰਮੇ ਸਮੇਂ ਤੋਂ, ਹੱਕ ਜਿਹੜੇ ਨੇ ਉਹ ਲੜਿਆ ਮਿਲਦੇ ਨੇ, ਇਸ ਲਈ ਲੜ ਕੇ ਲੈਣੇ ਪੈਂਦੇ ਨੇ। ਮੰਗਣ ਦੀ ਲੋੜ ਇਹਨਾਂ ਸਰਕਾਰਾਂ ਤੋਂ, ਆਪਾਂ ਵੋਟਾਂ ਦਿੱਤੀਆਂ ਨੇ, ਵੋਟਾਂ ਦੇ ਕੇ ਇਹਨਾਂ ਨੂੰ ਸੱਤਾ ਦੇ ਵਿੱਚ ਲੈ ਕੇ ਆਏ, ਕਿਉਂਕਿ ਇਹਨਾਂ ਨੇ ਆਪਾਂ ਨੂੰ ਉਦੋਂ ਇਸ ਤਰ੍ਹਾਂ ਦਾ ਇਹਨਾਂ ਨੇ ਆਪਣਾ ਮਾਈਂਡ ਕੈਪਚਰ ਕਰ ਲਿਆ ਕਿ ਤੁਹਾਨੂੰ ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਲੇਕਿਨ ਵਾਅਦੇ ਤੇ ਜਿਹੜੇ ਪੂਰੇ ਨਹੀਂ ਉਤਰੇ। ਇਸ ਲਈ ਮੇਰੇ ਬੇਰੁਜ਼ਗਾਰ ਅਧਿਆਪਕ ਸਾਥੀਓ, ਵੱਡੀ ਗਿਣਤੀ ਦੇ ਵਿੱਚ 3 ਜਨਵਰੀ ਨੂੰ ਨਿਕਲੋ। ਤੁਹਾਡੀ ਲੋੜ ਅੱਜ 1 ਜਨਵਰੀ ਹੋ ਗਈ, 3 ਜਨਵਰੀ ਨੂੰ ਤੁਹਾਡੀ ਵੇਟ ਹੈ, ਤੁਹਾਡਾ ਇੰਤਜ਼ਾਰ ਕਰਾਂਗੇ। ਔਰ ਸਾਰੇ ਕੰਟੈਕਟ ਦੇ ਵਿੱਚ ਰਹੋ, ਜਿੰਨੇ ਵੀ ਸਟੇਟ ਕਮੇਟੀ ਸਾਥੀ ਹੈ ਉਹਨਾਂ ਦੇ ਨਾਲ, ਔਰ ਸਾਰੇ ਪਟਿਆਲੇ ਦੇ ਵਿੱਚ ਪਹੁੰਚੋ। ਵੱਡੀ ਗਿਣਤੀ ਦੇ ਵਿੱਚ ਤੁਹਾਡੇ ਸਾਰੇ ਸਾਥੀਆਂ ਦਾ ਜਿਹੜਾ ਇੰਤਜ਼ਾਰ ਰਹੂਗਾ। ਔਰ ਸਰਕਾਰ ਨੂੰ ਇੱਕ ਵਾਰੀ ਸਾਡੀ ਫਿਰ ਤਕੀਦ ਹੈ ਕਿ ਈਟੀਟੀ ਦੀ ਪੋਸਟ 'ਤੇ ਈਟੀਟੀ ਨੂੰ ਵਿਚਾਰਿਆ ਜਾਵੇ, ਹੋਰ ਕਿਸੇ ਨੂੰ ਨਾ ਵਿਚਾਰਿਆ ਜਾਏ। ਐਕਸਪੀਰੀਅੰਸ ਦੇ ਨੰਬਰ ਨਾ ਕਿਸੇ ਨੂੰ ਦਿੱਤੇ ਜਾਣ। ਜੋ ਪੋਰਟਲ ਦੇ ਨਾਲ ਵਾਰ-ਵਾਰ ਖੋਲ੍ਹ ਕੇ ਇਕਨੋਮਿਕਲੀ ਵੀਕਨੈਸ ਦਾ ਜਿਵੇਂ ਖੋਲ੍ਹਿਆ, ਵਾਰ-ਵਾਰ ਜਿਹੜੀ ਹੇਰ-ਫੇਰ ਕੀਤੀ ਜਾ ਰਹੀ ਹੈ, ਇਹਦੀ ਤਫਤੀਸ਼ ਕੀਤੀ ਜਾਵੇ। ਔਰ ਜਿਹੜੇ ਸਾਡੇ ਸਾਥੀ ਓਵਰੇਜ ਹੋ ਰਹੇ ਨੇ 37 ਤੋਂ 42 ਸਾਲ, ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਜਾਵੇ, ਔਰ ਅੱਗੇ ਨਵੀਂ ਭਰਤੀ ਬਾਰੇ ਵੀ ਜਿਹੜਾ ਸੋਚਿਆ ਜਾਵੇ। ਇਹਦੇ ਲਈ ਅਸੀਂ ਬੇਰੁਜ਼ਗਾਰ ਅਧਿਆਪਕ ਸਾਥੀਓ ਤੁਹਾਨੂੰ ਬੇਨਤੀ ਕਰ ਰਹੇ ਹਾਂ, ਔਰ ਵੱਡੀ ਗਿਣਤੀ ਦੇ ਵਿੱਚ ਨਿਕਲੋ, ਵੱਧ ਤੋਂ ਵੱਧ ਸਾਥੀ ਪਹੁੰਚੋ। ਬੇਹਿੰਮਤੇ ਨੇ ਬਾਬਾ ਨਾਜ਼ਮੀ ਸਾਹਿਬ ਦੀ ਇੱਕ ਜਿਹੜੀ ਥੋੜ੍ਹੀ ਜਿਹੀ ਲਾਈਨਾਂ ਯਾਦ ਆਉਂਦੀਆਂ ਨੇ, ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਨੂੰ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਬੇਹਿੰਮਤੇ ਹੋ ਤੁਸੀਂ, 2016 ਤੋਂ ਲੜ ਰਹੇ ਹੋ ਤੁਸੀਂ। 7 ਮਹੀਨੇ ਸੰਗਰੂਰ ਦੇ ਵਿੱਚ ਲੜੇ, 7 ਮਹੀਨੇ ਲਗਾਤਾਰ ਲੜੇ, ਭਾਵੇਂ ਉਹਦੇ 'ਚ ਆਪਣੇ 4 ਵਾਰ ਲਾਠੀ ਚਾਰਜ ਹੋਇਆ, 5 ਵਾਰ ਲਾਠੀ ਚਾਰਜ ਹੋਇਆ, ਲੇਕਿਨ ਤੁਸੀਂ ਪਿੱਛੇ ਨਹੀਂ ਹਟੇ। ਨਹਿਰਾਂ ਦੇ ਵਿੱਚ ਛਾਲਾਂ ਮਾਰਨ ਦੀ ਗੱਲ ਹੋਈ, ਤੁਸੀਂ ਪਿੱਛੇ ਨਹੀਂ ਹਟੇ। 26 ਜਨਵਰੀ ਨੂੰ ਗ੍ਰਿਫਤਾਰੀਆਂ 150 ਬੰਦੇ ਨੇ ਗ੍ਰਿਫਤਾਰੀ ਦਿੱਤੀ ਸੰਗਰੂਰ ਜੇਲ੍ਹ ਦੇ ਬਾਹਰ। ਉਦੋਂ ਨਹੀਂ ਤੁਸੀਂ ਫਿਕਰ ਮੰਨੀ, ਉਦੋਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ। ਔਰ ਜਿੱਥੇ ਵੀ ਤੁਹਾਡੀ ਲੋੜ ਪਈ ਹੈ ਉਹ ਤੁਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋ। ਚਾਹੇ 8 ਮਾਰਚ 2020 ਦੇ ਵਿੱਚ ਜਿਹੜਾ ਤੁਸੀਂ ਨਹਿਰਾਂ ਦੇ ਵਿੱਚ ਮਿਊਸ ਹੋ ਕੇ, ਇਹਨਾਂ ਸਰਕਾਰਾਂ ਦੀਆਂ ਨੀਤੀਆਂ ਤੋਂ ਮਿਊਸ ਹੋ ਕੇ ਜਿਹੜਾ ਤੁਸੀਂ ਨਹਿਰਾਂ ਦੇ ਵਿੱਚ ਛਾਲਾਂ ਤੱਕ ਮਾਰੀਆਂ, ਲੇਕਿਨ ਇਵੇਂ ਦਾ ਸਟੈਪ ਅਸੀਂ ਤੁਹਾਨੂੰ ਚੱਕਣ ਨੂੰ ਕਹਾਂਗੇ ਨਹੀਂ, ਲੇਕਿਨ ਤੁਹਾਨੂੰ ਪਹੁੰਚਣ ਦੀ ਜ਼ਰੂਰ ਅਪੀਲ ਕਰਾਂਗੇ ਕਿ ਪਟਿਆਲੇ ਦੇ ਵਿੱਚ ਪਹੁੰਚੋ। ਬੇਰੁਜ਼ਗਾਰ ਅਧਿਆਪਕ ਯੂਨੀਅਨ ਤੁਹਾਡਾ
ਵੇਟ ਕਰ ਰਹੀ ਹੈ ਤਾਂ ਜੋ ਸਮਾਂ ਜੋ ਹੱਥਾਂ ਦੇ ਵਿੱਚੋਂ ਨਿਕਲ ਰਿਹਾ ਹੈ, ਇਹ ਸਮਾਂ ਲੰਘ ਨਾ ਜਾਏ। ਇਹ ਸਮੇਂ ਨੇ ਵਾਰ-ਵਾਰ ਨਹੀਂ ਆਉਣਾ, ਇਹ ਸਮੇਂ ਨੇ ਵਾਰ-ਵਾਰ ਨਹੀਂ ਆਉਣਾ। ਇਹ ਸਮੇਂ ਨੇ ਤੁਹਾਨੂੰ ਹੁਣ ਸਮਾਂ ਤੁਹਾਨੂੰ ਬੁਲਾ ਰਿਹਾ, ਇਹ ਸਮੇਂ ਨੇ ਵਾਰ-ਵਾਰ ਨਹੀਂ ਆਉਣਾ। ਕਿਉਂਕਿ ਮਾਂ ਪਿਓ ਨੇ ਸਾਰੀ ਉਮਰ ਆਪਣਾ ਕੀਤਾ ਹੈ, ਆਪਣੇ 'ਤੇ ਪੈਸਾ ਲਾਇਆ, ਆਪਣੇ 'ਤੇ ਪੈਸਾ ਖਰਚ ਕੀਤਾ ਹੈ। ਹੁਣ ਉਹਨਾਂ ਦੇ ਦੁੱਧ ਦੀ, ਉਹਨਾਂ ਦੇ ਪੈਸੇ ਦੀ ਜਿਹੜੀ ਕੀਮਤ ਹੈ ਉਹਨੂੰ ਮੋੜਨ ਦਾ ਸਮਾਂ ਹੈ। ਉਹਨਾਂ ਦੇ ਜਿਹੜਾ ਦੁੱਧ ਹੈ, ਉਹਨਾਂ ਦਾ ਜਿਹੜਾ ਪੈਸਾ ਉਹਨਾਂ ਨੇ ਆਪਣੇ 'ਤੇ ਪਾਣੀ ਦੀ ਤਰ੍ਹਾਂ ਵਹਾਇਆ। ਭਾਵੇਂ ਉਹਨਾਂ ਨੇ ਆਪਣੀ ਜ਼ਮੀਨ ਗਿਰਵੀ ਰੱਖੀ, ਭਾਵੇਂ ਉਹਨਾਂ ਨੇ ਆਪਣੇ ਗਹਿਣੇ ਵੇਚੇ, ਭਾਵੇਂ ਉਹਨਾਂ ਨੇ ਕਿੱਥੋਂ ਵੀ ਪੈਸੇ ਪੈਦਾ ਕਰਕੇ ਆਪਣੀ ਪੜ੍ਹਾਈ ਦੇ ਲਈ ਖਰਚ ਕੀਤੇ। ਆਪਾਂ ਨੂੰ ਪਤਾ ਆਪਣੇ ਮਾਂ ਪਿਓ ਕਿਹੜੀਆਂ ਸਥਿਤੀਆਂ ਦੇ ਵਿੱਚੋਂ ਲੰਘ ਕੇ, ਮੈਨੂੰ ਉਹਨਾਂ ਸਾਥੀਆਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਸੀ ਅਤੇ ਮੇਰੇ ਸਾਥੀ ਜਿਹੜੇ ਟੈਂਕੀ 'ਤੇ ਰਹੇ, ਮੈਨੂੰ ਮੈਂ ਉਸ ਸਾਥੀ ਦਾ ਨਾਂ ਤਾਂ ਨਹੀਂ ਲੈਣਾ ਚਾਹਾਂਗਾ, ਪਰ ਉਹ ਸਾਥੀ ਦੇ ਘਰੇ ਜਦੋਂ ਜਾ ਕੇ ਵੇਖਿਆ, ਇੱਕ ਟਾਈਮ ਦੀ ਰੋਟੀ ਸੀ, ਇੱਕ ਟਾਈਮ ਦੀ ਨਹੀਂ। ਉਹਨਾਂ ਦੇ ਮਾਂ ਪਿਓ ਨੇ ਸਾਨੂੰ ਇਹ ਦੱਸਿਆ ਵੀ ਸਾਡੀ ਫਾਈਨੈਂਸ਼ੀਅਲੀ ਪ੍ਰੋਬਲਮ ਇੱਦਾਂ ਦੀ ਹੈ ਵੀ ਸਾਨੂੰ ਇੱਕ ਟਾਈਮ ਦੀ ਸਾਡੀ ਰੋਟੀ ਪੱਕ ਗਈ ਨਾ, ਦੂਜੇ ਟਾਈਮ ਦੀ ਰੋਟੀ ਦੇ ਸਾਨੂੰ ਵੇਟ ਕਰਨੀ ਪੈਂਦੀ ਹੈ ਵੀ ਕਿੱਧਰੋਂ ਪੈਸੇ ਆਉਣਗੇ, ਕਿਵੇਂ ਲਿਆਵਾਂਗੇ, ਕਿਵੇਂ ਨਹੀਂ, ਰੋਟੀ ਦੇ ਲਾਲੇ ਪਏ ਰਹਿੰਦੇ ਆ। ਇਹੋ ਜਿਹੇ ਸਾਡੇ ਸਾਥੀ ਆ। ਕੁਝ ਸਾਥੀ ਸਾਡੇ ਇਹੋ ਜਿਹੇ ਆਉਂਦੇ ਆ ਜਿਨ੍ਹਾਂ ਦੇ ਫਾਦਰ ਸਾਹਿਬ ਰਿਕਸ਼ਾ ਤੱਕ ਚਲਾਉਂਦੇ, ਕਿਵੇਂ ਪੇਟ ਤੋੜ ਕੇ ਬਜ਼ੁਰਗ ਨੇ ਪੇਟ ਤੋੜ ਕੇ ਮਿਹਨਤ ਕਰਕੇ ਉਹਨਾਂ ਨੂੰ ਪੜ੍ਹਾ ਕੇ ਜਿਹੜਾ ਇਸ ਕਾਬਲ ਕੀਤਾ। ਇਸ ਵੱਲ ਸਿੱਖਿਆ ਮੰਤਰੀ ਸਾਹਿਬ, ਸਿੱਖਿਆ ਸਕੱਤਰ ਸਾਹਿਬ, ਮਾਣਯੋਗ ਕੈਪਟਨ ਸਾਹਿਬ, ਤੁਹਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਕਿੰਨਾ ਉਲਝਣਾਂ ਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਕੇ ਜਿਹੜੇ ਸਾਥੀ ਨੇ ਇੱਥੇ ਪਹੁੰਚ ਰਹੇ ਨੇ, ਕਿਸ ਤਰ੍ਹਾਂ ਉਹਨਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਪੜ੍ਹਾਇਆ, ਇਸ ਕਾਬਲ ਕੀਤਾ ਕਿ ਉਹ ਰੁਜ਼ਗਾਰ ਦੇ ਕਾਬਲ ਹੋ ਸਕਣ। ਇਸ ਲਈ ਉਹਨਾਂ ਦਾ ਹੱਕੀ ਮੰਗਾਂ ਨੇ ਜਿਹੜਾ ਉਹਨਾਂ ਦਾ ਰੁਜ਼ਗਾਰ ਹੈ ਉਹਨਾਂ ਤੋਂ ਨਾ ਖੋਇਆ ਜਾਏ, ਉਹਨਾਂ ਦਾ ਰੁਜ਼ਗਾਰ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾਏ। ਅਗਰ ਉਹਨਾਂ ਦਾ ਰੁਜ਼ਗਾਰ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਵੱਡੀ ਗਿਣਤੀ ਦੇ ਵਿੱਚ 3 ਜਨਵਰੀ ਨੂੰ ਮੇਰੇ ਬੇਰੁਜ਼ਗਾਰ ਅਧਿਆਪਕ ਸਾਥੀਓ ਤੁਸੀਂ ਪਹੁੰਚਣਾ ਹੈ। ਇਹ ਪਹੁੰਚਣ ਦੇ ਲਈ ਅਪੀਲ ਹੈ, ਵਾਰ-ਵਾਰ ਅਪੀਲ ਕਰ ਰਹੇ ਹਾਂ ਔਰ ਇਹ ਅਪੀਲ ਹੈ 3 ਜਨਵਰੀ ਨੂੰ ਤੁਸੀਂ ਪਹੁੰਚਣਾ ਹੈ। ਮੇਰੇ ਸਾਥੀ ਕੁਛ ਗਲਤ ਸਟੈਪ ਪਿੱਛੇ ਜਿਵੇਂ ਮਾਨਸੇ ਦੇ ਵਿੱਚ ਲਿਆ ਜਾਂ ਸੰਗਰੂਰ ਦੇ ਵਿੱਚ ਇੱਕ ਸਾਥੀ ਨੇ ਖੁਦਕੁਸ਼ੀ ਕੀਤੀ, ਇੱਦਾਂ ਦਾ ਸਟੈਪ ਨਹੀਂ ਲੈਣਾ। ਲੜਨਾ ਲੜ ਕੇ ਲੈਣਾ। ਆਤਮ ਹੱਤਿਆ ਕੋਈ ਰਾਹ ਨਹੀਂ, ਖੁਦਕੁਸ਼ੀ ਕੋਈ ਰਾਹ ਨਹੀਂ ਕਿ ਖੁਦਕੁਸ਼ੀ ਕਰਕੇ ਆਪਾਂ ਜਿਹੜਾ ਇਹ ਸੰਸਾਰ ਛੱਡ ਕੇ ਜਾਣਾ ਜਾਂ ਸਰਕਾਰਾਂ ਤੋਂ ਨਿਰਾਸ਼ ਹੋ ਕੇ ਆਪਾਂ ਆਪਣੀ ਜ਼ਿੰਦਗੀ, ਆਪਣੇ ਮਾਂ ਪਿਓ ਨੂੰ ਉਹ ਦੁੱਖਾਂ ਦੇ ਵਿੱਚ ਛੱਡ ਕੇ ਜਾਣਾ। ਇਹ ਨੌਬਤ ਨਹੀਂ ਆਉਣ ਦੇਣੀ। ਲੜਨਾ ਲੜ ਕੇ ਲਓ ਕਿਉਂਕਿ ਆਪਣਾ ਹੱਕ ਬਣਦਾ ਆਪਣਾ, ਇਸ ਲਈ ਲੜ ਕੇ ਲਓ। ਲੜੇ ਤੋਂ ਬਿਨਾਂ ਕੁਛ ਨਹੀਂ ਮਿਲਦਾ। ਸੋ ਮੇਰੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸਾਥੀਓ, ਇੱਕ ਵਾਰੀ ਫਿਰ ਅਪੀਲ ਹੈ ਕਿ ਜਿਵੇਂ ਮੈਂ 7 ਮਹੀਨੇ ਡਟਿਆ ਰਿਹਾ ਤੁਹਾਡੇ ਲਈ, 7 ਮਹੀਨੇ ਡਟਿਆ ਰਿਹਾ ਤੁਹਾਡੇ ਲਈ, ਉਸ ਤਰ੍ਹਾਂ ਮੈਂ ਡਟਿਆ ਹੋਇਆ ਤੁਹਾਡੇ ਲਈ ਲੜ ਰਿਹਾ। ਪਰ ਇਕੱਲੇ ਦੇ ਨਾਲ ਇੱਕ ਹੱਥ ਨਾਲ ਤਾੜੀ ਨਹੀਂ ਵੱਜਣੀ। ਜੇਕਰ ਹੱਥ ਨਾਲ ਆਊਗਾ ਨਾ ਤਾੜੀ ਤਾਂ ਵੱਜਣੀ ਹੈ, ਇੱਕ ਹੱਥ ਨਾਲ ਤਾੜੀ ਨਹੀਂ ਵੱਜਣੀ। ਤੁਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੋਗੇ ਨਾ, 1 ਤੇ 1 11 ਹੋ ਜਾਂਦੇ ਨੇ। ਤੁਸੀਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੋਗੇ, ਸਾਡਾ ਵੀ ਹੌਸਲਾ ਦੁੱਗਣਾ ਹੋ ਜਾਏਗਾ। ਤੁਸੀਂ ਸਾਥ ਦਿਓ, ਅਸੀਂ ਪਿੱਛੇ ਨਹੀਂ ਹਟਦੇ। ਭਾਵੇਂ ਸਾਨੂੰ ਪਤਾ ਹੈ, ਮੈਨੂੰ ਪਤਾ ਹੈ ਮੇਰਾ ਨੰਬਰ ਆਵੇ ਜਾਂ ਨਾ ਆਵੇ, ਮੈਨੂੰ ਪਤਾ ਹੈ, ਪਰ ਤੁਹਾਡੇ ਸਾਥ ਦੀ ਲੋੜ ਹੈ। ਜਿਹੜੀ ਨਵੀਂ ਭਰਤੀ ਹੈ ਉਹ ਵੀ ਆਪਾਂ ਕਢਾ ਕੇ ਛੱਡਾਂਗੇ ਆਉਣ ਵਾਲੇ ਦਿਨਾਂ 'ਚ ਜਲਦੀ, ਪਰ ਤੁਹਾਡੇ ਸਾਥ ਦੀ ਲੋੜ ਹੈ। ਅਤੇ ਜਿਹੜੀ ਭਰਤੀ ਹੈ ਇਹਨੂੰ ਵੀ ਕੰਪਲੀਟ ਕਰਾਵਾਂਗੇ, ਪਰ ETT ਦੀ ਪੋਸਟ 'ਤੇ ETT ਨੂੰ ਵਿਚਾਰਿਆ ਜਾਵੇ ਬਸ। ਇੱਕੋ ਮੰਗ ਹੈ, ETT ਦੀ ਪੋਸਟ 'ਤੇ ETT ਨੂੰ ਵਿਚਾਰਿਆ ਜਾਵੇ ਬਸ। ਔਰ ਕਿਸੇ ਨੂੰ ਕੋਈ ਨੰਬਰ ਨਹੀਂ, ਕੋਈ ਕੁਛ ਨਹੀਂ, ਸਿਰਫ ETT ਦੀ ਪੋਸਟ ETT ਨੂੰ ਦਿੱਤੀ ਜਾਵੇ। ਹੋਰ ਕਿਸੇ ਨੂੰ ਪੋਸਟ ਅਸੀਂ ਦੇਣ ਨਹੀਂ ਦੇਣੇ, ਚਾਹੇ ਕਿਸੇ ਵੀ ਹੱਦ ਤੱਕ ਜਾਣਾ ਪਵੇ, ਕਿਸੇ ਦੀ ਹੱਦ ਤੱਕ ਜਾਣਾ ਪਵੇ। ਲੜਾਂਗੇ, ਲੜ ਕੇ ਆਪਣਾ ਹੱਕ ਲਵਾਂਗੇ, ਭਾਵੇਂ ਕਿਸੇ ਵੀ ਹੱਦ ਤੱਕ ਜਾਣਾ ਪਵੇ। ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਇਨਕਲਾਬ ਜਿੰਦਾਬਾਦ। ਭਗਤ ਸਿੰਘ ਤੇ ਸੋਚ 'ਤੇ ਪਹਿਰਾ ਦਿਆਂਗੇ ਠੋਕੇ, ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦਿਆਂਗੇ ਠੋਕੇ। ਇਨਕਲਾਬ ਜਿੰਦਾਬਾਦ। ਧੰਨਵਾਦ ਸਾਥੀਓ।